कैथल में आज हरियाणा सिख गुरुद्वारा प्रबंधक कमेटी के प्रधान महंत करमजीत सिंह, पूर्व प्रधान जत्थेदार बलजीत सिंह दादूवाल, अन्य कमेटी के पदाधिकारियों के साथ कैथल के गुरुद्वारा नीम साहिब में पहुंचे और बिना किसी विवाद के गुरुद्वारे का हिसाब किताब और जिम्मेदारी संभाल ली। हरियाणा सिख गुरुद्वारा प्रबंधक कमेटी के पूर्व प्रधान बलजीत सिंह दादूवाल ने पत्रकारों से बात करते हुए कहा कि हमने हेडक्वार्टर छठी पातशाही की जिम्मेदारी संभाल ली थी, जिसमें कुछ अराजक लोगों ने बाधा डालने की कोशिश की थी। आज कैथल में हरियाणा कमेटी के सभी पदाधिकारी और सदस्य आए हैं। किसी प्रकार का कोई विवाद नहीं है। यहाँ की संगत ने सद्भाव के साथ पूरी कमेटी का सम्मान किया है। यहाँ 2 गुरुद्वारे हैं, गुरुद्वारा श्री नीम साहिब और गुरुद्वारा श्री मंजी साहिब की जिम्मेदारी सुपुर्द कर दी गई है और हरियाणा के बाकी गुरुद्वारों की भी सेवा संभाल की जिम्मेदारी हरियाणा सिख गुरुद्वारा प्रबंधक कमेटी द्वारा जल्द ही ले ली जाएगी। 5 गुरुद्वारिਆਂ ਦਾ ਪ੍ਰਬੰਧ ਕਰ ਰਹੀ ਸੀ, ਜਿਸ ਦੇ ਵਿੱਚੋਂ 4 ਗੁਰਦੁਆਰੇ ਐਕਟ ਅਨੁਸਾਰ ਸੀ ਔਰ 1 ਗੁਰਦੁਆਰਾ ਐਕਟ ਵਿੱਚ ਨਹੀਂ ਸੀ। 5 ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਰਹੀ ਸੀ। ਜਦੋਂ ਸੁਪਰੀਮ ਕੋਰਟ ਦੇ ਵੱਲੋਂ ਸਾਡੇ ਹੱਕ 'ਚ ਫੈਸਲਾ ਆਇਆ ਤਾਂ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕੀਤੇ ਸੀਗੇ, ਮੱਥਾ ਟੇਕਿਆ ਸੀਗਾ। ਹੁਣ ਪਰਸੋਂ ਹੈੱਡਕੁਆਰਟਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਦਾ ਪ੍ਰਬੰਧ ਲਿਆ ਗਿਆ ਸੀਗਾ, ਜਿੱਥੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਉਹਨਾਂ ਸਾਥੀਆਂ ਵੱਲੋਂ ਵਾਇਲੈਂਸ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਚੱਲਦੇ ਦੀਵਾਨ 'ਚ ਵਿਘਨ ਪਾਇਆ ਗਿਆ। ਅੱਜ ਜਿਹੜਾ ਹੈ ਤੁਸੀਂ ਦੇਖੋ, ਇਹ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ, ਜਨਰਲ ਸੈਕਟਰੀ, ਮੈਂਬਰ ਸਾਹਿਬਾਨ, ਹੋਰ ਅਹੁਦੇਦਾਰ ਔਰ ਸਿੱਖ ਸੰਗਤਾਂ ਅਸੀਂ ਇੱਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਤੇ ਗੁਰਦੁਆਰਾ ਨਿੰਮ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਪਹੁੰਚੇ ਹਾਂ, ਜਿਹਦਾ ਪ੍ਰਬੰਧ ਅੱਜ ਅਸੀਂ ਆਪਣੇ ਹੱਥਾਂ ਵਿੱਚ ਲਿਆ ਵਾ। ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ, ਇੱਥੇ ਕੋਈ ਤਾਲੇ ਨਹੀਂ ਵੱਢੇ ਗਏ, ਕੋਈ ਤਾਲੇ ਨਹੀਂ ਚੇਂਜ ਕੀਤੇ ਗਏ। ਜੋ ਇੰਸਪੈਕਟਰ ਸ਼੍ਰੋਮਣੀ ਕਮੇਟੀ ਦਾ ਇੱਥੇ ਗੋਲਕ ਗਿਣਨ ਵਾਸਤੇ ਆਇਆ ਸੀ, ਦੇਖੋ ਅਜੇ ਤੱਕ ਵੀ ਨਹੀਂ ਉਹ ਇਸ ਚੀਜ਼ ਦਾ ਖਹਿੜਾ ਛੱਡਦੇ। ਅੱਜ ਵੀ ਇੰਸਪੈਕਟਰ ਚਾਬੀਆਂ ਦੇ ਕੇ ਗੋਲਕਾਂ ਖੋਲ੍ਹਣ ਵਾਸਤੇ ਭੇਜਿਆ ਗਿਆ ਸੀਗਾ ਤੇ ਅੱਜ ਉਸ ਇੰਸਪੈਕਟਰ ਦੇ ਕੋਲੋਂ ਚਾਬੀਆਂ ਜਿਹੜੀਆਂ ਉਹ ਹਰਿਆਣਾ ਕਮੇਟੀ ਨੇ ਲੈ ਲਈਆਂ ਨੇ। ਤੇ ਹੁਣ ਜਿਹੜਾ ਇਹ ਪ੍ਰਬੰਧ ਹੈ ਤੁਸੀਂ ਦੇਖੋ ਸੰਗਤਾਂ 'ਚ ਕਿੰਨਾ ਉਤਸ਼ਾਹ। ਆ ਕੈਥਲ ਦੀਆਂ ਸੰਗਤਾਂ ਪਹੁੰਚੀਆਂ ਨੇ। ਆ ਸਤਨਾਮ ਸਿੰਘ ਹੁਣੀ ਸਰਪੰਚ, ਉਮਰਾਓ ਸਿੰਘ ਜੀ, ਆ ਬੀਬੀ ਬਲਜਿੰਦਰ ਕੌਰ, ਇੱਥੋਂ ਦੇ ਮੈਂਬਰ ਸਾਹਿਬਾਨ, ਫੁੱਲਾਂ ਦੀ ਵਰਖਾ ਕੀਤੀ ਹੈ ਸੰਗਤਾਂ ਨੇ ਹਰਿਆਣਾ ਕਮੇਟੀ ਦੇ ਉੱਪਰ ਕਿ ਇਹ ਜਿਹੜੀ ਸੇਵਾ ਸੰਭਾਲ ਆ ਅਸੀਂ ਉਡੀਕ ਰਹੇ ਸੀ, ਤੁਸੀਂ ਆਪਣੇ ਹੱਥਾਂ 'ਚ ਲਓ। ਤਾਂ ਇਹ ਜਿਹੜੀ ਸੇਵਾ ਸੰਭਾਲ ਅੱਜ ਪੁਰਾਣੇ ਮੈਂਬਰ ਵੀ ਇੱਥੇ ਪਹੁੰਚੇ ਆ ਸਮਰਥਨ ਦੇ ਵਿੱਚ। ਤੇ ਅੱਜ ਗੁਰਦੁਆਰਾ ਨਿੰਮ ਸਾਹਿਬ ਤੇ ਮੰਜੀ ਸਾਹਿਬ ਕੈਥਲ ਦੀ ਸੇਵਾ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ 'ਚ ਲਈ ਆ। ਬਾਕੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਬਹੁਤ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ ਵਿੱਚ ਲਏਗੀ। ਪਹਿਲਾਂ ਇਸ ਦੀ ਸਾਰੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ, ਭਾਵੇਂ ਕਿ ਸਾਡੇ ਮੈਂਬਰ ਸਨ ਹਰਿਆਣਾ ਕਮੇਟੀ ਦੇ ਇੱਥੇ ਜਿਹੜੇ ਦੇਖ ਰੇਖ ਕਰਦੇ ਸੀਗੇ ਐਡਵੋਕੇਟ ਸੁਰਜੀਤ ਸਿੰਘ ਜੀ, ਜਿਹੜੇ ਪਿਛਲੇ ਸਮੇਂ ਕਾਲ ਚਲਾਣਾ ਕਰ ਗਏ, ਪਰ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਸੀਗਾ। ਹੁਣ ਅੱਜ ਤੋਂ ਇਹ ਜਿਹੜਾ ਪ੍ਰਬੰਧ ਆ ਉਹ ਹਰਿयाणा से गुरुद्वारा प्रबंधक कमेटी खुद सेवा संभाल करेगी। वहीं अंबाला में हरियाणा सिख गुरुद्वारा कमेटी की ओर से कुरुक्षेत्र के गुरुद्वारों की सेवा संभालने के बाद कुरुक्षेत्र में हुए विवाद के चलते शिरोमणि गुरुद्वारा प्रबंधक कमेटी ने 5 मेंबरी कमेटी बनाई, जिसमें बलदेव सिंह कायमपुरी, अवतार सिंह रिया, गुरचरण सिंह गरेवाल, जरनैल सिंह करतारपुर, बाबा सिंह गुमानपुर, अंबाला के श्री मंजी साहिब गुरुद्वारा पहुंचे। यहां से 5 मेंबरी कमेटी का काफिला कुरुक्षेत्र के लिए रवाना हुआ। वहीं कुरुक्षेत्र में हुए विवाद में पुलिस द्वारा पकड़े गए सिख संगत को लेकर भी भारी रोष जताया गया। इस दौरान SGPC के जनरल सेक्रेटरी गुरचरण सिंह गरेवाल ने भाजपा सरकार पर भी गंभीर आरोप लगाए। देखो, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬੜੀ ਸੰਸਥਾ ਹੈ, 100 ਸਾਲ ਪੁਰਾਣੀ ਇੱਕ ਸੰਸਥਾ ਹੈ ਤੇ ਦੇਸ਼ ਦੇ ਕਾਨੂੰਨ ਦੇ ਅਧੀਨ ਇਹ ਜਿਹੜੀ ਸੰਸਥਾ ਕੰਮ ਕਰਦੀ ਆ। ਉਹ ਇਸ ਦੇ ਨਾਲ ਹਰਿਆਣੇ ਦੇ ਵਿੱਚ ਇੱਕ ਵੱਖਰੀ ਕਮੇਟੀ ਬਣਾਉਣ ਦਾ ਜਿਹੜਾ ਸ਼ੋਸ਼ਾ ਹੁੱਡਾ ਸਾਹਿਬ ਨੇ ਸ਼ੁਰੂ ਕੀਤਾ, ਇੱਕ ਰਾਜਸੀ ਛੜਯੰਤਰ ਸੀ ਸਿੱਖਾਂ ਦੀਆਂ ਵੋਟਾਂ ਵਾਸਤੇ। ਉਸ ਨੂੰ ਉਸ ਤੋਂ ਬਾਅਦ ਜਿਹੜੇ ਸਾਡੇ ਖੱਟੜ ਸਾਹਿਬ ਨੇ, ਹੁਣ ਕਿਉਂਕਿ ਚੋਣਾਂ ਆ ਰਹੀਆਂ, ਇਸ ਗੱਲ ਲਈ ਇਹਨੂੰ ਦੁਬਾਰਾ ਜਿਹੜਾ ਚੁੱਕ ਲਿਆ ਗਿਆ। ਕਦੇ ਕੋਈ ਝਿੰਡਾ ਸਾਹਿਬ ਪ੍ਰਧਾਨ ਬਣਦੇ ਨੇ, ਫਿਰ ਹਟਾ ਕੇ ਦਾਦੂਵਾਲ ਸਾਹਿਬ ਬਣਦੇ ਨੇ, ਉਹਨਾਂ ਨੂੰ ਹਟਾ ਕੇ ਹੁਣ ਇੱਕ ਨਵੀਂ ਐਡ ਹਾਕ ਕਮੇਟੀ ਬਣਾਤੀ ਆ, ਜਿਹੜੀ ਕਿ ਨਾ ਮਹੰਤ ਕਰਮਜੀਤ ਸਿੰਘ ਜੀ ਬਣਾਤੇ ਨੇ। ਸੋ ਇਹ ਜਿਹੜਾ ਕੁਛ ਚੱਲ ਰਿਹਾ ਇਸ ਦੇ ਵਿੱਚ ਸਿੱਧੇ ਤੌਰ 'ਤੇ ਜਿਹੜਾ ਸਿੱਖਾਂ ਦੇ ਗੁਰਦੁਆਰਾ ਦੇ ਪ੍ਰਬੰਧਾਂ ਵਿੱਚ ਸਿੱਧਾ ਦਖਲ ਜਿਹੜਾ ਕਿ ਪਰਸੋਂ ਚੌਥ ਜੋ ਕੁਝ ਕੁਰੂਕਸ਼ੇਤਰ ਵਿਖੇ ਹੋਇਆ,
ਦੇਖੋ ਕੋਈ ਵੀ ਜਿਹੜਾ ਮਾਮਲਾ ਵਾ, ਚਾਹੇ ਅਦਾਲਤ ਨੇ, ਅਸੀਂ ਇਹ ਗੱਲ ਖੁੱਲ੍ਹ ਕੇ ਕਹਿੰਦੇ ਆ, ਕੋਈ ਸ਼ਰਮ ਨਹੀਂ ਹੈ ਕਿ ਅਦਾਲਤ ਨੇ ਸਾਡਾ ਜਿਹੜਾ ਬਣਦਾ ਹੱਕ ਸੀ ਜਾਂ ਕਾਨੂੰਨ ਸੀ ਉਹਨੂੰ ਪਿੱਠ ਵਿਖਾ ਕੇ ਇੱਕ ਫੈਸਲਾ ਦਿੱਤਾ ਜਿਹੜਾ ਕਿ ਸਿੱਖਾਂ ਦੇ ਮਨ 'ਚ ਬਹੁਤ ਵੱਡਾ ਰੋਸ ਹੈ। ਕਿਉਂਕਿ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ 1925 ਐਕਟ ਦੇ ਅਧੀਨ ਇੱਕ ਵੀ ਗੁਰਦੁਆਰਾ ਜਿਹੜਾ ਛੋਟਾ ਗੁਰਦੁਆਰਾ ਸਾਹਿਬ ਜਿਹਨੂੰ 87 ਐਕਟ ਕਹਿੰਦੇ ਆ ਉਹਨੂੰ 85 'ਚ ਲਿਆਉਣ ਵਾਸਤੇ ਪਾਰਲੀਮੈਂਟ ਦੇ ਵਿੱਚੋਂ ਉਹ ਪਾਸ ਹੁੰਦਾ। ਕੋਈ ਵੀ ਪਿੱਛੇ ਜਿਹੜਾ ਸਹਿਜਧਾਰੀ ਦੇ ਮਾਮਲੇ ਦੇ ਵਿੱਚ ਜੇ ਕੋਈ ਕਾਨੂੰਨ ਪਾਸ ਹੋਇਆ ਉਹਨੂੰ ਅਮੈਂਡ ਕੀਤਾ ਗਿਆ ਤੇ ਪਾਰਲੀਮੈਂਟ ਕਰਦੀ ਆ। ਤੇ ਐਡਾ ਵੱਡਾ ਇਹਦਾ ਪ੍ਰਬੰਧ ਆ। ਤੇ ਅੱਜ ਇੱਥੇ ਜਿਹੜੀ ਇੱਥੋਂ ਦੀ ਸਰਕਾਰ ਹੈ ਇਹਨਾਂ ਦਾ ਦਿੱਲੀ ਵਿੱਚ ਵੀ ਰਾਜ ਆ ਤੇ ਹਰਿਆਣੇ ਵਿੱਚ ਵੀ ਰਾਜ ਆ। ਕੀ ਇਹਨਾਂ ਨੂੰ ਕੋਈ ਇਖਲਾਕੀ ਫਰਜ਼ ਨਹੀਂ ਹੈ ਕਿ ਅਸੀਂ ਆਪਣੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਾਂ? ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੀਤਾ ਸੀ, ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਸੇ ਦੀ ਕਾਪੀ ਆ। ਇਹਦਾ 55 ਨੰਬਰ ਮੱਦ ਆ। ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਵੱਖਰੀ ਜਿਹੜੀ 2014 'ਚ ਕਮੇਟੀ ਬਣੀ ਸੀ ਉਸ ਨੂੰ ਮਾਨਤਾ ਦੇਤੀ ਆ, ਪਰ ਉਹਨਾਂ ਨੇ ਕਿਹਾ ਕਿ ਇੱਥੇ ਚੋਣ ਕਰਾਈ ਜਾਵੇ। ਚੋਣ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਹੀ ਚੋਣ ਦੇ ਵਿੱਚ ਹਿੱਸਾ ਲੈ ਸਕਦੇ ਆ। 18 ਸਾਲ ਦੀ ਉਮਰ 'ਚ ਆ ਸਾਰਾ ਕੁਝ ਲਿਖਿਆ ਹੋਇਆ। ਅਸੀਂ ਤੁਹਾਨੂੰ ਇਸ ਲਈ WhatsApp ਵੀ ਕਰ ਦਿੰਦੇ ਆ। ਤੇ ਉਹਨਾਂ ਨੇ ਕਿਹਾ ਜਿਹੜਾ ਮੈਂਬਰ ਆ ਉਹ ਵੀ ਅੰਮ੍ਰਿਤਧਾਰੀ ਹੋਏਗਾ। ਤੇ ਇੱਥੇ ਕੀ ਹੋ ਰਿਹਾ? ਇੱਥੇ ਪਹਿਲਾਂ ਤਾਂ ਗੁਰਦੁਆਰੇ ਤੇ ਕਬਜ਼ਾ ਹੋ ਰਿਹਾ ਜਿੰਦੇ ਭੰਨ ਕੇ। ਇਹ ਦੇਖੋ ਗੁਰੂ ਸਾਹਿਬ ਦੇ ਕਹਿੰਦੇ ਹੁੰਦੇ ਆ ਉਹ ਹਜ਼ੂਰੀ ਆ ਤੇ ਸੰਗਤ ਬੈਠੀ ਆ ਤੇ ਸੰਗਤ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਕੋਈ ਨਹੀਂ ਕੀ ਕਰ ਰਹੇ ਨੇ। ਉਹ ਇਹ ਕੋਈ ਢੰਗ ਤਰੀਕਾ ਨਹੀਂ ਹੈਗਾ। ਉਹ ਇਸ ਨੇ ਬਹੁਤ ਵੱਡਾ ਸਿੱਖਾਂ ਤੇ ਰੋਸ ਕੀਤਾ। ਤੇ ਫਿਰ ਉਸ ਤੋਂ ਅਗਲੇ ਦਿਨ ਜਦੋਂ ਇੱਥੋਂ ਦੇ ਜਿਹੜੀ ਸੰਗਤ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲਾ ਰਹੇ ਨੇ, ਜਿਹੜੇ ਇੱਥੋਂ ਦੇ ਮੈਂਬਰ ਆ ਉਹ ਵੀ ਹਰਿਆਣੇ ਦੇ ਨੇ ਨਾ, ਉਹ ਜੇ ਦੇਖਣਗੇ ਵੀ ਕੀ ਕੁਝ ਵਾਪਰਿਆ ਤੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਕਹਿੰਦੇ ਜੀ ਜਕਾਰੇ ਲਾ ਰਹੇ ਸੀ। ਇਹਦਾ ਮਤਲਬ ਵੀ ਹੁਣ ਜਕਾਰੇ ਲਾਉਣਾ ਵੀ ਸਾਡੇ ਲਈ ਗੁਨਾਹ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਮਾੜੀ ਗੱਲ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਦਾ ਜਿਵੇਂ ਕਹਿੰਦੇ ਨੇ ਸੰਗਿਆਨ ਲਿਆ ਵਾ, ਇਹ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਿ ਆ ਜਿਹੜੀ ਪੁਲਿਸ ਆ, ਇਹ ਪੁਲਿਸ ਕਿਹਦੀ ਆ? ਇਹ ਪੁਲਿਸ ਜਿਹੜੀ ਆ ਹਰਿਆਣਾ ਪੁਲਿਸ ਆ, ਜੁੱਤੀਆਂ ਪਾ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਐਂਟਰ ਕਰ ਰਹੀ ਆ। ਇਹ ਪ੍ਰਬੰਧ ਆ। ਅੱਜ ਮਹੰਤ ਕਰਮਜੀਤ ਸਿੰਘ ਜੀ ਜਿਹੜੇ ਕਿ ਕਹਿੰਦੇ ਮੈਨੂੰ ਪ੍ਰਧਾਨ ਬਣਾਇਆ ਗਿਆ, ਮੈਂ ਪ੍ਰਬੰਧ ਲੈਣਾ, ਤੇ ਇਹੋ ਜਿਹਾ ਪ੍ਰਬੰਧ ਕਰਨਗੇ। ਸੋ ਅਸੀਂ ਜਿਹੜੀ ਗੱਲ ਦਾ ਰੋਣਾ ਰੋ ਰਹੇ ਹਾਂ ਕਿ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹਦੇ ਵਿੱਚ ਦਖਲ ਦੇ ਰਹੀ ਆ। ਇਹ ਮਾੜੀ ਗੱਲ ਆ। ਉਹਨੂੰ ਇਸ ਮਾਮਲੇ ਵਿੱਚ ਨਹੀਂ ਆਉਣਾ ਚਾਹੀਦਾ। ਤੋ ਅੱਜ ਅਸੀਂ ਜਿਹੜੀ ਕਿਉਂਕਿ ਜੋ ਘਟਨਾਵਾਂ ਵਾਪਰੀਆਂ, ਸਾਡੇ ਜਿਹੜੇ ਕੁਝ ਸਿੱਖ ਇੱਥੋਂ ਦੇ ਹਰਿਆਣੇ ਦੇ ਉਹਨਾਂ ਨੂੰ ਬੰਦੀ ਬਣਾਇਆ ਗਿਆ। ਜਿਹੜੇ ਬੰਦਿਆਂ ਨੇ ਇਹ ਤਾਲੇ ਤੋੜੇ ਉਹਨਾਂ ਤੇ ਕੋਈ ਕਾਨੂੰਨ ਨਹੀਂ। ਉੱਥੇ DC ਵੀ ਆਇਆ, ਉੱਥੇ ਪੁਲਿਸ SP ਵੀ ਪਹੁੰਚਿਆ। ਤੇ ਇਸ ਤਰ੍ਹਾਂ ਦਾ ਵਰਤਾਰਾ ਸਿੱਖਾਂ ਨਾਲ ਕੀਤਾ ਜਾ ਰਿਹਾ। ਸਿੱਖਾਂ ਦੇ ਜਿਹੜੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਹੈ। आपको बता दें, सुप्रीम कोर्ट के फैसले के बाद हरियाणा में सरकार द्वारा बनाई गई अडाक कमेटी ने हरियाणा के कई गुरुद्वारों में सेवा संभाल ली है। कुरुक्षेत्र के छठी पातशाही गुरुद्वारे में अडाक कमेटी द्वारा सेवा के बाद हुए विवाद को लेकर शिरोमणि गुरुद्वारा प्रबंधक कमेटी ने 5 मेंबरी कमेटी बनाई और विवाद को शांतिपूर्वक सुलझाने के लिए कुरुक्षेत्र के लिए रवाना हुए। ये 5 मेंबरी कमेटी इस मामले को लेकर सभी से बातचीत करेगी और सारी रिपोर्ट अपने प्रधान हरजिंदर सिंह धामी को भेजेगी। पंजाब केसरी टीवी के लिए अंबाला से कृष्ण बाली और कैथल से ब्यूरो रिपोर्ट।